ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਹਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਜੀ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਬੈਠਾ ਸੋਢੀ ਪਾਤਸ਼ਾਹੂ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਉਲਟਾ ਖੇਲ ਖਸਮ ਦਾ, ਉਲਟੀ ਗੰਗ ਸਮੁੰਦਰ ਸਮਾਵੈ। ਦਿੱਤਾ ਲਈਐ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੈ। ਫਿਰ ਆਈ ਘਰ ਅਰਜਣੈ, ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨਾ ਦੇਸਾਂ ਸੋਢੀਓ, ਹੋ ਰਸ ਅਜਾਰ ਨਾ ਜਰਿਆ ਜਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਘਰ ਹੀ ਕੀ ਵਥ ਘਰੇ ਰਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਹਜ਼ੂਰ ਦਾ ਤਾਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਰਹਿਮਤ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ। ਗੁਰੂ ਰਹਿਮਤ ਦੇ ਸਦਕਾ ਪਹਿਲੀ ਪਾਵਨ ਵਾਰ ਦੀਆਂ 46 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। 47ਵੀਂ ਪੌੜੀ ਪਾਠ ਰੂਪ ਦੇ ਅੰਦਰ ਸਰਵਣ ਕੀਤੀ ਹੈ। ਸੋ ਅੱਜ ਦੀ ਇਸ ਪਾਵਨ ਵਿਚਾਰ ਦੀ ਪ੍ਰਾਰੰਭਤਾ ਕਰੀਏ। ਜਿਤਨੇ ਮਾਲਕ ਦੀ ਗੋਦ ਅੰਦਰ ਜੁੜ ਕੇ ਇਹ ਪਾਵਨ ਕਥਾ ਸਰਵਣ ਕਰ ਰਹੇ ਹੋ, ਆਓ ਸਹਿਬ ਦੀ ਅਸੀਸ ਲਓ, ਪਿਆਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਸੋ ਜਿਸ ਤਰ੍ਹਾਂ ਪਾਵਨ 46ਵੀਂ ਪੌੜੀ ਦੇ ਅੰਦਰ ਧੰਨ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਗੁਰਤਾ ਗੱਦੀ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ। ਉਸ ਤੋਂ ਪਿੱਛੇ ਗੁਰੂ ਅੰਗਦ ਦੇਵ ਮਹਾਰਾਜ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਸੇਵਾ ਕਰਕੇ, ਘਾਲ ਕਰਕੇ ਧੰਨ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਇਹ ਗੁਰਿਆਈ ਪ੍ਰਾਪਤ ਕੀਤੀ। ਤੇ ਗੁਰੂ ਨਾਨਕ ਬਾਬੇ ਨੇ ਥਾਪਿਆ ਲਹਿਣਾ ਜੀਵਦੈ, ਗੁਰਿਆਈ ਸਿਰ ਛਤਰ ਫਿਰਾਇਆ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਇਸੇ ਤਰ੍ਹਾਂ ਲਹਿਣੇ ਪਾਈ, ਨਾਨਕੋਂ ਦੇਣੀ ਅਮਰਦਾਸ ਕਰ ਆਈ। ਹੁਣ ਅੱਜ ਦੀ ਇਸ ਪਾਵਨ 47ਵੀਂ ਪੌੜੀ ਵਿੱਚ ਜ਼ਿਕਰ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਲ ਇਸ਼ਾਰਾ ਕਰਕੇ। ਸੋ ਦਿਚੈ ਪੂਰਬ ਦੇਵਨਾ, ਜਿਸ ਦੀ ਵਸਤ ਤਿਸੈ ਘਰ ਆਵੈ। ਸੋ ਭਾਵ ਜਿਸ ਦਾ ਦੇਣਾ ਜਿਹੜਾ ਉਹ ਪਹਿਲਾਂ ਦਾ ਹੀ ਹੋਵੇ, ਭਾਵ ਜਿਸ ਦੇ ਘਰ ਦੀ ਚੀਜ਼ ਹੋਵੇ ਉਹਦੇ ਘਰ ਹੀ ਆਉਂਦੀ ਹੈ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਗਰੀਬ ਨਵਾਜ ਪਾਤਸ਼ਾਹ ਧੁਰ ਦਰਗਾਹ ਤੋਂ ਗੁਰੂ ਹਨ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਨੇ ਜਿਨ੍ਹਾਂ ਮਹਾਨ ਕਾਰਜਾਂ ਨੂੰ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਸ ਮਾਤ ਲੋਕ 'ਤੇ ਭੇਜਿਆ ਹੈ। ਸੋ ਪਹਿਲੇ ਦਿਨ ਤੋਂ ਹੀ ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਅਕਾਲੀ ਰੱਬੀ ਜੋਤ ਹੈ, ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਨੇ। ਬਸ ਉਹ ਤੇ ਸਤਿਗੁਰਾਂ ਨੇ ਸੰਸਾਰ ਨੂੰ ਦਿਖਾਉਣ ਦੇ ਵਾਸਤੇ, ਜਗਤ ਨੂੰ ਇੱਕ ਸੇਧ ਦੇਣ ਦੇ ਵਾਸਤੇ ਜਿਸ ਤਰ੍ਹਾਂ ਦਾ ਸਰੀਰਕ ਤੌਰ 'ਤੇ ਸੰਸਾਰਕ ਜੀਵਨ ਜਿਹੜਾ ਉਹ ਬਸਰ ਕੀਤਾ ਹੈ, ਤਾਂ ਕਿ ਜ਼ਿੰਦਗੀ ਦੇ ਵਿੱਚ ਮਿਹਨਤ, ਮਸ਼ੱਕਤ, ਔਖੀਆਂ ਸੌਖੀਆਂ ਘਾਟੀਆਂ ਜਿਹੜੀਆਂ ਨੇ ਹਰ ਮਨੁੱਖ ਉਹਨਾਂ ਦੇ ਵਿੱਚੋਂ ਗੁਜ਼ਰਦਾ ਅਤੇ ਘਬਰਾਵੇ ਨਾ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਜਦੋਂ ਪ੍ਰਾਰੰਭਤਾ ਹੁੰਦੀ ਹੈ
ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਇੰਨੀ ਮੁਸ਼ੱਕਤ ਹੈ ਜੀਵਨ ਦੇ ਅੰਦਰ, ਫਿਰ ਸਰੀਰਕ ਤੌਰ ਤੇ ਇੰਨੇ ਦੁੱਖਾਂ ਦੇ ਵਿੱਚੋਂ ਗੁਜ਼ਰਨਾ ਪਿਆ। ਆਖਰ ਇਹ ਸਾਰੇ ਦੁੱਖਾਂ ਸੁੱਖਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਵੀ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਹਨ। ਸੋ ਇਸ ਕਰਕੇ ਪਹਿਲੇ ਦਿਨ ਤੋਂ ਹੀ ਗੁਰੂ ਨੇ, ਪਰ ਸੰਸਾਰ ਨੂੰ ਇੱਕ ਸੇਧ ਦੇਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚ ਉਤਾਰ ਚੜ੍ਹਾਅ ਹਨ। ਸੋ ਭਾਈ ਸਾਹਿਬ ਇਸੇ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਜਿਸ ਦਾ ਦੇਣਾ ਹੋਵੇ ਪਹਿਲਾਂ ਹੀ, ਭਾਵ ਜਿਸ ਦੀ ਵਸਤੂ ਹੈ ਉਹਦੇ ਘਰ ਦੇ ਵਿੱਚ ਆ ਜਾਂਦੀ ਹੈ। ਭਾਵ ਗੁਰੂ ਰਾਮਦਾਸ ਮਹਾਰਾਜ ਇਸ ਗੁਰਤਾ ਗੱਦੀ ਦੇ ਮਾਲਕ ਨੇ ਪਹਿਲੇ ਦਿਨ ਤੋਂ। ਬੇਸ਼ੱਕ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਸਵੱਟੀਆਂ ਲਾਈਆਂ ਨੇ, ਕਦੀ ਥੜੇ ਬਣਾਉਣ ਵਾਸਤੇ ਗੱਲ ਕੀਤੀ ਹੈ। ਭਾਈ ਰਾਮਾ ਜੀ ਵੀ ਹਨ ਜੋ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਦੇ, ਉਹ ਵੀ ਜਵਾਈ ਲੱਗਦੇ ਨੇ। ਇੱਧਰ ਭਾਈ ਜੇਠਾ ਜੀ ਵੀ ਹਨ। ਜਦੋਂ ਗੋਇੰਦਵਾਲ ਸਾਹਿਬ ਦੀ ਪਾਵਨ ਬਾਉਲੀ ਦੇ ਬਾਹਰ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਬੈਠਣ ਵਾਸਤੇ ਥੜਾ ਬਣਾਉਣ ਦੀ ਗੱਲ ਕਰਦੇ ਨੇ, ਤੇ ਬੇਸ਼ੱਕ ਭਾਈ ਰਾਮਾ ਜੀ ਇੱਕ ਦਿਨ ਥੜਾ ਬਣਾਉਂਦੇ ਨੇ, ਦੂਸਰੇ ਦਿਨ ਗੁਰੂ ਅਮਰਦਾਸ ਮਹਾਰਾਜ ਇਹ ਕਹਿ ਕੇ ਟਵਾ ਦਿੰਦੇ ਨੇ ਕਿ ਇਹ ਜਿਵੇਂ ਅਸੀਂ ਹੁਕਮ ਕੀਤਾ ਉਵੇਂ ਨਹੀਂ ਬਣਿਆ। ਤੇ ਜਦੋਂ ਭਾਈ ਜੇਠਾ ਜੀ ਨੂੰ ਕਹਿੰਦੇ ਨੇ, ਉਹ ਕਹਿੰਦੇ ਸਤਿਗੁਰੂ ਅਸਲ ਦੇ ਵਿੱਚ ਅਸੀਂ ਅਣਜਾਣ ਹਾਂ, ਹੁਣ ਜਿਵੇਂ ਹੁਕਮ ਕਰੋ ਉਵੇਂ ਕੋਸ਼ਿਸ਼ ਕਰਦੇ ਹਾਂ, ਦਾਵਾ ਨਹੀਂ ਕਿ ਅਸੀਂ ਉਵੇਂ ਬਣਾ ਦੇਵਾਂਗੇ। ਅਗਲੇ ਦਿਨ ਵੀ ਸਤਿਗੁਰੂ ਆਉਂਦੇ ਨੇ, ਅਗਲੇ ਦਿਨ ਫਿਰ ਕਹਿੰਦੇ ਨੇ ਇਹ ਢਾਹ ਦਿਓ। ਭਾਈ ਜੇਠਾ ਜੀ ਹੱਥ ਜੋੜ ਕੇ ਢਾਹ ਦਿੰਦੇ ਨੇ, ਪ੍ਰਣਾਮ ਕਰਦੇ ਨੇ, ਨਮਸਕਾਰ ਕਰਕੇ ਖਿਮਾ ਮੰਗਦੇ ਨੇ। ਰਾਮਾ ਜੀ ਢਾਹ ਤਾਂ ਦਿੰਦੇ ਨੇ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਸਵਾਲ ਹੈ ਕਿ ਸਤਿਗੁਰੂ ਜੀ ਇਹ ਕਰ ਕੀ ਰਹੇ ਨੇ। ਆਖਰ ਤੀਸਰੇ ਦਿਨ ਵੀ ਜਦੋਂ ਥੜੇ ਬਣਾਉਣ ਤੋਂ ਬਾਅਦ ਢਾਉਣ ਦੀ ਗੱਲ ਕੀਤੀ, ਤੇ ਭਾਈ ਰਾਮਾ ਜੀ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤੇ ਸੀ ਕਿ ਸਤਿਗੁਰੂ ਜੀ ਤੁਹਾਨੂੰ ਯਾਦ ਨਹੀਂ ਰਹਿੰਦਾ, ਤੁਸੀਂ ਜੋ ਕੱਲ ਕਹਿ ਕੇ ਗਏ ਸੀ ਤੁਹਾਨੂੰ ਯਾਦ ਨਹੀਂ ਕੀ ਕਿਹਾ ਸੀ, ਪਰ ਮੈਨੂੰ ਯਾਦ ਹੈ ਤੁਸੀਂ ਜਿਵੇਂ ਕਿਹਾ ਸੀ ਮੈਂ ਬਿਲਕੁਲ ਉਸੇ ਤਰ੍ਹਾਂ ਦਾ ਥੜਾ ਜਿਹੜਾ ਸੋ ਬਣਾਇਆ ਹੈ। ਪਰ ਜਦੋਂ ਭਾਈ ਜੇਠਾ ਜੀ ਨੂੰ ਕਿਹਾ ਤੇ ਉਹ ਬੜੇ ਪਿਆਰ ਨਾਲ ਕਹਿੰਦੇ ਨੇ ਸਤਿਗੁਰੂ ਅਸਲ ਵਿੱਚ ਅਸੀਂ ਅਲਪੱਗ ਜੀਵ ਹਾਂ, ਅਸੀਂ ਅਣਜਾਣ ਭੁੱਲਣਹਾਰ ਜੀਵ ਹਾਂ, ਸਾਨੂੰ ਨਹੀਂ ਪਤਾ। ਸਚਾਈ ਇਹ ਹੈ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਰਾਮ। ਜਦੋਂ ਇਹ ਬਾਣੀ ਦੇ ਬਚਨ ਪੜ੍ਹੀਏ ਤਾਂ ਉਸ ਵਕਤ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਟੁਕਦੇ, ਬੇਸ਼ੱਕ ਬਾਅਦ ਦੇ ਬਚਨ ਹੋਣ। ਤਾਂ ਗਰੀਬ ਨਵਾਜ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਕਸਵੱਟੀਆਂ ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਖਰੇ ਉਤਰੇ। ਤਾਂ ਭਾਈ ਗੁਰਦਾਸ ਜੀ ਅੱਗੇ ਜ਼ਿਕਰ ਕਰਦੇ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ, ਜਦੋਂ ਪਿੱਛੇ ਆਪਾਂ ਜ਼ਿਕਰ ਪੜ੍ਹਿਆ ਹੈ ਗੋਇੰਦਵਾਲ ਵਸਾਇਆ, ਉੱਥੇ ਟਿਕ ਗਏ। ਸੋ ਜਦੋਂ ਸਮਾਂ ਪਾ ਕੇ ਇਸ ਸਰੀਰ ਨੂੰ ਅਲੋਪ ਕੀਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਹੁਣ ਇਸ ਪਾਵਨ ਗੁਰਤਾ ਗੱਦੀ ਦੇ ਉੱਤੇ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੋ ਪਹਿਲਾਂ ਭਾਈ ਜੇਠਾ ਜੀ ਦੇ ਰੂਪ ਵਿੱਚ ਨੇ, ਸੋ ਇਸ ਗੁਰਤਾ ਗੱਦੀ ਦੇ ਉੱਤੇ ਬੈਠਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਿਆਈ ਜਿਹੜੀ ਸੀ ਉਹ ਬਖਸ਼ੀ, ਬਾਬਾ ਬੁੱਢਾ ਜੀ ਨੇ ਤਿਲਕ ਲਾਇਆ। ਫਿਰ ਗੁਰੂ ਅਮਰਦਾਸ ਮਹਾਰਾਜ ਜਦੋਂ ਸਰੀਰ ਛੱਡ ਦਿੱਤਾ, ਤਿਆਗ ਦਿੱਤਾ, ਹੁਣ ਇਸ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਣੇ। ਤੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰੂ ਪ੍ਰਸਿੱਧ ਕਹਾ ਰਹੇ ਹਨ। ਇਸ ਤਰ੍ਹਾਂ ਸੰਸਾਰ ਦੇ ਵਿੱਚ ਸੋਢੀ ਪਾਤਸ਼ਾਹ ਹੋ ਕਰਕੇ ਆਪਣਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਿਹੜਾ ਉਹ ਜਪਾ ਰਹੇ ਹਨ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁਧਾ ਸਰੋਵਰ ਨਾਮੇ ਇਹ ਜਿਹੜਾ ਪੂਰਨ ਤਾਲ ਖਟਾਇਆ, ਜਿਸ ਪਾਵਨ ਸਰੋਵਰ ਵਿੱਚ ਅੱਜ ਵੀ ਹਰ ਸਿੱਖ ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ, ਬੜੇ ਅਕੀਦੇ ਨਾਲ ਜਾ ਕੇ ਇਸ਼ਨਾਨ ਕਰਦਾ ਹੈ। ਅਰਦਾਸ ਦੇ ਵਿੱਚ ਵੀ ਸਿੱਖ ਇਹ ਅਰਦਾਸ ਕਰਦਾ ਹੈ, ਸਤਿਗੁਰੂ ਕਿਰਪਾ ਕਰਿਓ ਅੰਮ੍ਰਿਤਸਰ ਸਾਹਿਬ ਦੇ ਪਾਵਨ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਨੇ। ਸੋ ਇਸ ਤਰ੍ਹਾਂ ਦਰਸ਼ਨ ਤੇ ਇਸ਼ਨਾਨ ਦੀ ਮੰਗ ਅੱਜ ਵੀ ਸਿੱਖ ਕਰਦਾ ਹੈ। ਰਹਿੰਦੀ ਦੁਨੀਆ ਤੱਕ ਸਿੱਖ ਆਪਣੀ ਅਰਦਾਸ 'ਚ ਉਸ ਪਾਵਨ ਸਰੋਵਰ ਦੇ ਦਰਸ਼ਨ ਤੇ ਇਸ਼ਨਾਨ ਮੰਗਦਾ ਰਹੇਗਾ। ਸੋ ਇਸ ਤਰ੍ਹਾਂ ਉਹ ਪੂਰਨ ਤਾਲ ਜਿਹੜਾ ਸੀ ਉਹ ਖਟਾਇਆ, ਭਾਵ ਉਹਦੀ ਖੁਦਵਾਈ ਜਿਹੜੀ ਸੀ, ਸਾਰੀ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਕਰਵਾਈ ਅਰ ਜੋਤ ਦਾ ਪ੍ਰਕਾਸ਼ ਕੀਤਾ, ਜੋਤ ਜਗਾਵੈ। ਹਾਲਾਂਕਿ ਉਸ ਵਕਤ ਉਹ ਪਾਵਨ ਸਰੋਵਰ ਪੱਕਾ ਨਹੀਂ ਸੀ, ਕਿਉਂਕਿ ਇਹ ਜ਼ਰੂਰ ਆਪਾਂ ਯਾਦ ਰੱਖੀਏ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ ਹੈ।
ਸਰੋਵਰ ਨੂੰ ਪੱਕਿਆਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ ਜਦੋਂ ਮਸੰਦਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਸਨ। ਪਰ ਸਰੋਵਰ ਜਿਹੜਾ ਹੈ ਉਹ ਪੱਕਾ ਨਹੀਂ, ਪਰ ਕੱਚਾ ਜ਼ਰੂਰ ਹੈ। ਉਸ ਵਕਤ ਵੀ ਉਹਦੇ ਵਿੱਚ ਜਲ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਦੇ ਸਾਗਰ ਉੱਥੇ ਬਹਿ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਜੋਤ ਜਗਾਵੈ ਆਈਆਂ ਹੋਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਹੁਣ ਇਹ ਨਹੀਂ ਕਿ ਸਰੋਵਰ ਦੇ ਵਿੱਚ ਬੈਠ ਕਰਕੇ, ਇਹ ਜ਼ਰੂਰ ਮੈਂ ਜ਼ਿਕਰ ਕਰਾਂ, ਪਹਿਲਾਂ ਵੀ ਸਤਿਗੁਰੂ ਜੀ ਉੱਥੇ ਬਹਿ ਕੇ ਉਪਦੇਸ਼ ਦਿੰਦੇ ਨੇ। ਸੋ ਬਾਅਦ ਵਿੱਚ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਹਿ ਕੇ ਉਪਦੇਸ਼ ਦੇਵਣ ਲੱਗੇ ਨੇ। ਸੋ ਖੈਰ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਇੱਥੇ ਹੁਣ ਇਹ ਨਹੀਂ ਕਿ ਉਸ ਪਾਵਨ ਸਰੋਵਰ ਦੇ ਵਿੱਚ ਬਹਿ ਕਰਕੇ, ਨਹੀਂ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਉਸ ਪਾਵਨ ਸਰੋਵਰ ਦੇ ਕੋਲ ਬਹਿ ਕੇ ਜਾਂ ਉਸ ਪਾਵਨ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਸਾਰਿਆਂ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੇ ਗਿਆਨ ਦੀ ਜੋਤ ਦਾ ਪ੍ਰਕਾਸ਼ ਕਰਦੇ। ਫਿਰ ਜੋਤ ਜਗਾਵੈ, ਜੋ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਅੰਦਰ ਪ੍ਰਗਟ ਹੈ, ਉਹਨੂੰ ਸਾਰਿਆਂ ਦੇ ਸਾਹਮਣੇ ਪ੍ਰਗਟ ਕਰ ਰਹੇ ਉਪਦੇਸ਼ ਦਿੰਦੇ ਨੇ। ਸੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ। ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੈ। ਸੋ ਇਸ ਤਰ੍ਹਾਂ ਖਸਮ ਦਾ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਉਲਟਾ ਖੇਲ ਹੈ, ਕਿਉਂਕਿ ਉਲਟੀ ਗੰਗ ਸਮੁੰਦਰ ਸਮਾਵੈ। ਦੁਨੀਆ ਦੀਆਂ ਹੋਰ ਜਿੰਨੀਆਂ ਵੀ ਨਦੀਆਂ ਨੇ ਉਹ ਪੱਛਮ ਨੂੰ ਜਾ ਕੇ ਅਰਬ ਸਾਗਰ ਦੇ ਵਿੱਚ ਮਿਲਦੀਆਂ। ਤੁਸੀਂ ਕਿੰਨੀਆਂ ਵੀ ਨਦੀਆਂ ਦੇ ਉੱਤੇ ਜਾ ਕੇ ਖੜੋ ਤਾਂ ਸੁਭਾਵਿਕ ਤੁਹਾਨੂੰ ਖੱਬੇ ਪਾਸੇ ਵੱਲ ਨੂੰ ਉਹਨਾਂ ਦਾ ਵਹਿਣ ਜਿਹੜਾ ਉਹ ਵਹਿੰਦਾ ਮਿਲੇਗਾ। ਪਰ ਜਿਹੜੀ ਗੰਗਾ ਨਦੀ ਹੈ ਇਹ ਉੱਤਰੋਂ ਹੋ ਕੇ ਫਿਰ ਪੂਰਬ ਵਾਲੇ ਪਾਸੇ ਆਉਂਦੀ ਹੈ। ਪਹਿਲਾਂ ਉੱਤਰ ਨੂੰ ਜਾਂਦੀ ਹੈ, ਫਿਰ ਉੱਤਰ ਵੱਲੋਂ ਹੋ ਕੇ ਫਿਰ ਘੁੰਮ ਕੇ ਪੂਰਬ ਵਾਲੇ ਪਾਸੇ ਆਉਂਦੀ ਹੈ। ਸੋ ਇਹ ਉਲਟੀ ਵਹਿੰਦੀ ਹੈ। ਫਿਰ ਜਾ ਕੇ ਇਹ ਇੱਧਰ ਬੰਗਾਲ ਦੇ ਵਿੱਚ ਪਟਨਾ ਸਾਹਿਬ ਤੋਂ ਅੱਗੇ ਜਦੋਂ ਆਪਾਂ ਕਲਕੱਤੇ ਜਾਂਦੇ ਹਾਂ, ਇੱਧਰ ਅੱਗੇ ਬੰਗਾਲ ਦੇ ਵਿੱਚ ਜਾ ਕਰਕੇ ਫਿਰ ਇਹ ਸਮੁੰਦਰ ਵਿੱਚ ਸਮਾਉਂਦੀ ਹੈ। ਸੋ ਇਹ ਪਰਮੇਸ਼ਰ ਕਰਤੇ ਅਕਾਲ ਪੁਰਖ ਦੀ ਇਹ ਖੇਡ ਹੈ। ਬਾਕੀ ਨਦੀਆਂ ਇੱਕ ਪਾਸੇ ਵਹਿੰਦੀਆਂ, ਇਹ ਇਕੱਲੀ ਨਦੀ ਜਿਹੜੀ ਉਲਟੀ ਵਹਿੰਦੀ ਹੈ। ਸੋ ਇਹਦੀ ਉਦਾਹਰਣ ਕਿਉਂ ਦਿੱਤੀ ਭਾਈ ਸਾਹਿਬ ਨੇ ਇੱਥੇ, ਉਹ ਅੱਗੇ ਵੀ ਜ਼ਿਕਰ ਆ ਜਾਏਗਾ। ਦਿੱਤਾ ਲਈਐ ਆਪਣਾ ਅਣ ਦਿੱਤਾ ਕਛ ਹੱਥ ਨਾ ਆਵੈ। ਸੋ ਆਪਣਾ ਦਿੱਤਾ ਹੋਇਆ ਹੀ ਜਿਹੜਾ ਉਹ ਲਈਦਾ ਹੈ, ਪ੍ਰਾਪਤ ਕਰੀਦਾ। ਅਣ ਦਿੱਤਾ ਕਛ ਹੱਥ ਨਾ ਆਵੇ, ਜੋ ਤੁਸੀਂ ਦਿੱਤਾ ਹੀ ਨਹੀਂ ਕਦੀ ਉਹ ਤੁਹਾਡੇ ਹੱਥ ਨਹੀਂ ਆਏਗਾ। ਭਾਵ ਜੇ ਅਸੀਂ ਕਰਮਾਂ ਦੇ ਆਧਾਰ 'ਤੇ ਅਰਥ ਕਰੀਏ, ਜੋ ਸੰਸਾਰ ਦੇ ਵਿੱਚ ਕਿਸੇ ਨੂੰ ਦਿਓਗੇ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ। ਭਲਾ ਕਰੋਗੇ ਭਲਾ ਪ੍ਰਾਪਤ ਹੋ ਜਾਏਗਾ, ਚੰਗੇ ਕਰਮ ਕਰੋਗੇ ਚੰਗਾ ਫਲ ਪ੍ਰਾਪਤ ਹੋ ਜਾਏਗਾ, ਮੰਦੇ ਕਰਮ ਕਰੋਗੇ ਮੰਦਾ ਫਲ ਪ੍ਰਾਪਤ ਹੋ ਜਾਏਗਾ। ਇਸੇ ਲਈ ਬਾਬਾ ਫਰੀਦ ਜੀ ਨੇ ਕਿਹਾ ਕਿ ਜੋ ਵੀ ਸੰਸਾਰ ਦੇ ਉੱਤੇ ਵਰਤਿਆ, ਜੋ ਵੀ ਬੀਜਿਆ ਉਹਨੂੰ ਆਖਰ ਤੂੰ ਵੱਢਣਾ ਹੈ। ਸੋ ਖੈਰ, ਇੱਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵੱਲ ਇਸ਼ਾਰਾ ਕਰਕੇ ਆਪਣਾ ਦਿੱਤਾ ਹੋਇਆ ਜਿਹੜਾ ਉਹ ਪ੍ਰਾਪਤ ਕਰੀਦਾ। ਅਣ ਦਿੱਤਾ ਕੁਛ ਹੱਥ ਨਾ ਆਵੇ, ਜੋ ਦਿੱਤਾ ਨਹੀਂ ਉਹ ਮਿਲਦਾ ਨਹੀਂ। ਭਾਵ ਜਿਸ ਤਰ੍ਹਾਂ ਦੀ ਮਹਾਨ ਸੇਵਾ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ ਹੈ, ਉਸ ਮਹਾਨ ਸੇਵਾ ਦਾ ਅੱਜ ਫਲ ਹੈ। ਫਿਰ ਦਿੱਤਾ ਲਈਐ ਆਪਣਾ, ਆਪਣਾ ਹੀ ਪ੍ਰਾਪਤ ਕੀਤਾ। ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਗੁਰੂ ਰਾਮਦਾਸ ਮਹਾਰਾਜ ਤੁਰ ਦਰਗਾਹ ਤੋਂ ਗੁਰੂ ਨੇ, ਸੋ ਆਪਣੀ ਉਸ ਮਹਾਨ ਪਦਵੀ ਜੋ ਤੁਰੋਂ ਦਰਗਾਹੋਂ ਮਿਲੀ ਉਹ ਅੱਜ ਪ੍ਰਾਪਤ ਕਰ ਲਈ। ਸੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਹੋ ਕਰਕੇ ਪ੍ਰਗਟ ਹੋਏ। ਉਸ ਤੋਂ ਅਗਾਂਹ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਜੋ ਪਰਖ ਕੀਤੀ ਆਪਣੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਜਦੋਂ ਲਾਹੌਰ ਜਾਣ ਦੀ ਗੱਲ ਆਈ, ਸਾਰਿਆਂ ਨੇ ਜਵਾਬ ਦੇ ਦਿੱਤੇ। ਬਾਬਾ ਪ੍ਰਿਥੀ ਚੰਦ ਦਾ ਵੀ ਜਵਾਬ ਸੀ, ਮਹਾਦੇਵ ਦਾ ਵੀ ਜਵਾਬ ਸੀ, ਪਰ ਗੁਰੂ ਅਰਜਨ ਦੇਵ ਮਹਾਰਾਜ ਹੁਕਮ ਦੇ ਅੱਗੇ ਸੱਤ ਕਹਿ ਕੇ ਆਪਣੇ ਤਾਏ ਸਹਾਰੀ ਮੱਲ ਜੀ ਦੇ ਨਾਲ ਲਾਹੌਰ ਨੂੰ ਤੁਰ ਪਏ। ਆਪਾਂ ਜਾਣਦੇ ਹਾਂ 1 ਸਾਲ ਤੱਕ ਲਾਹੌਰ ਦੀ ਧਰਤੀ 'ਤੇ ਬਤੀਤ ਕੀਤਾ, ਸੰਗਤਾਂ ਨੂੰ ਕਥਾ ਕੀਰਤਨ ਸ਼ਬਦ ਦੇ ਨਾਲ ਜੋੜਿਆ। ਫਿਰ ਜਦੋਂ 3 ਚਿੱਠੀਆਂ ਪਾਈਆਂ ਸਨ, ਤੀਸਰੀ ਚਿੱਠੀ 'ਚ ਜਦੋਂ ਵਿਰਲਾਪ ਕੀਤਾ ਸੀ, ਸਤਿਗੁਰੂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਕੋ ਲੀਜਿਓ ਕੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਸੋ ਇਸ ਤਰ੍ਹਾਂ ਸਾਰੀਆਂ ਕਸਵੱਟੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਖਰੇ ਉਤਰੇ ਤਾਂ ਭਾਈ ਸਾਹਿਬ ਇੱਥੇ ਹੁਣ ਜ਼ਿਕਰ ਕਰਦੇ, ਫਿਰ ਆਈ ਘਰ ਅਰਜਣੈ
ਪੁੱਤ ਸੰਸਾਰੀ ਗੁਰੂ ਕਹਾਵੈ। ਫਿਰ ਇਹ ਗੁਰਤਾ ਗੱਦੀ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਈ ਤੇ ਸੰਸਾਰੀ ਪੁੱਤਰ ਦਾ ਭਾਵ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਿੰਦੀ ਸੰਤਾਨ ਹਨ। ਇੱਕ ਨਾਦੀ ਸੰਤਾਨ ਹੈ, ਇੱਕ ਬਿੰਦੀ ਸੰਤਾਨ ਹੁੰਦੀ ਹੈ ਜੋ ਬਿੰਦ ਤੋਂ ਪੈਦਾ ਹੋਵੇ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਬਿੰਦੀ ਸੰਤਾਨ ਹਨ ਤੇ ਗੁਰੂ ਅਰਜਨ ਦੇਵ ਮਹਾਰਾਜ ਫਿਰ ਇਸ ਗੁਰਤਾ ਗੱਦੀ ਤੇ ਸੁਭਾਏਮਨ ਹੋ ਕੇ ਸਾਰੇ ਜਗਤ ਦੇ ਸਮੁੱਚੇ ਬ੍ਰਹਿਮੰਡ ਦੇ ਤਿੰਨਾਂ ਲੋਕਾਂ ਦੇ ਗੁਰੂ ਬਣ ਕੇ ਪ੍ਰਗਟ ਹੋਏ ਤੇ ਗੁਰੂ ਕਹਾਉਣ ਲੱਗੇ। ਗੁਰੂ ਰਾਮਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਉਸ ਤੋਂ ਅੱਗੇ ਜ਼ਿਕਰ ਕਰਦੇ ਜਾਣ ਨਾ ਦੇਸਾਂ ਸੋਢੀਓ ਹੋ ਰਸ ਅਜਰ ਨਾ ਜਰਿਆ ਜਾਵੇ। ਜਿਸ ਦਿਨ ਮਾਤਾ ਭਾਨੀ ਜੀ ਨੇ ਬੜੇ ਪਿਆਰ ਦੇ ਸਹਿਤ ਬਚਨ ਕੀਤਾ ਸੀ ਕਿ ਹੁਣ ਸਤਿਗੁਰੂ ਜੀ ਕਿਰਪਾ ਕਰੋ, ਜੇ ਦਾਤ ਬਖਸ਼ਣੀ ਹੈ ਤਾਂ ਇਹ ਗੁਰਿਆਈ ਜਿਹੜੀ ਹੈ ਇਹ ਆਪ ਪਰਿਵਾਰ ਦੇ ਵਿੱਚ ਰਹੇ। ਉਸ ਦਿਨ ਸਤਿਗੁਰਾਂ ਨੇ ਆਸੀਸ ਬਖਸ਼ਿਸ਼ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਬਹੁਤ ਵੱਡੀ ਦਾਤ ਜਿਹੜੀ ਤੁਸੀਂ ਮੰਗ ਲਈ ਹੈ, ਪਰ ਹਾਂ ਇਹਦੇ ਵਿੱਚ ਦੁੱਖ ਜਾਂ ਇੰਜ ਕਹਿ ਲਓ ਚੱਲਦੇ ਹੋਏ ਦਰਿਆ ਨੂੰ ਤੁਸੀਂ ਬੰਨ੍ਹ ਮਾਰਿਆ ਹੈ, ਪਰ ਹਾਂ ਤੁਸੀਂ ਇਹ ਦਾਤ ਮੰਗੀ ਹੈ ਤੇ ਇਹ ਹੁਣ ਦਾਤ ਸੋਢੀਆਂ ਦੇ ਘਰ ਵਿੱਚ ਰਹੇਗੀ। ਸੋ ਇਸ ਤਰ੍ਹਾਂ ਜਾਣ ਨਾ ਦੇਸਾਂ ਸੋਢੀਆਂ, ਮਾਤਾ ਭਾਨੀ ਜੀ ਨੇ ਜਦੋਂ ਇਹ ਦਾਤ ਪ੍ਰਾਪਤ ਕੀਤੀ ਤਾਂ ਹੁਣ ਸੋਢੀਆਂ ਭਾਵ ਗੁਰਤਾ ਗੱਦੀ ਦੇ ਉੱਤੇ ਇਹ ਸੋਢੀ ਹੀ ਜੋ ਸੁਭਾਏਮਨ ਟਿਕਾਏਮਨ ਰਹਿਣਗੇ। ਸੋ ਦੂਸਰੇ ਅਰਥ ਦੇ ਅੰਦਰ ਇਹ ਮਹਾਨ ਦਾਤ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਮਾਤਾ ਭਾਨੀ ਜੀ ਨੇ ਪ੍ਰਾਪਤ ਕਰ ਲਈ ਤਾਂ ਜਾਣ ਨਾ ਦੇਸਾਂ ਸੋਢੀਆਂ ਹੋ ਰਸ ਅਜਰ ਨਾ ਜਰਿਆ ਜਾਵੇ। ਤਾਂ ਬੇਨਤੀ ਕੀਤੀ ਸੀ ਮਹਾਰਾਜ ਇਹ ਅਜਰ ਵਸਤੂ ਹੈ, ਹੋਰ ਸ਼ਾਇਦ ਹੁਣ ਕੋਈ ਇਹਨੂੰ ਸਹਿਣ ਨਹੀਂ ਕਰੇਗਾ, ਭਾਵ ਇਹ ਅਜਰ ਹੈ, ਇਹਨੂੰ ਇਹਨਾਂ ਮਹਾਨ ਸ਼ਕਤੀਆਂ ਨੂੰ ਜਰਨਾ ਜਿਹੜਾ ਉਹ ਬੜਾ ਕਠਿਨ ਹੋਵੇਗਾ। ਸੋ ਕਿਰਪਾ ਕਰੋ ਇਹ ਦਾਤ ਜਿਹੜੀ ਹੈ ਝੋਲੀ ਦੇ ਵਿੱਚ ਪਾਓ। ਸੋ ਅਖੀਰ ਬਚਨ ਕਰਦੇ ਨੇ ਘਰ ਹੀ ਕੀ ਵਥ ਘਰੇ ਰਹਾਵੇ। ਸੋ ਘਰ ਦੀ ਵਸਤੂ ਜਿਹੜੀ ਹੈ ਇਹ ਘਰੇ ਰਹਿ ਗਈ, ਭਾਵ ਗੁਰਤਾ ਗੱਦੀ ਹੈ ਉਹ ਸੋਢੀ ਪਰਿਵਾਰ ਦੇ ਅੰਦਰ ਹੀ ਗਰੀਬ ਨਵਾਜ ਸਤਿਗੁਰਾਂ ਦੇ ਘਰੇ ਹੈ। ਭਾਵ ਇਹ ਹੈ ਕਿ ਪਹਿਲਾਂ ਬੇਦੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ, ਉਸ ਤੋਂ ਬਾਅਦ ਫਿਰ ਤੇਹਣ ਤੇ ਭੱਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਭੱਲੇ ਵੰਸ਼ ਦੇ ਵਿੱਚੋਂ ਹਨ। ਸੋ ਇਸ ਤਰ੍ਹਾਂ ਹੁਣ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ ਰੂਪ ਦੇ ਵਿੱਚ ਆਏ, ਗੁਰਤਾ ਗੱਦੀ ਪ੍ਰਾਪਤ ਹੋਈ। ਸੋ ਜਿਸ ਦੀ ਵਸਤ ਤਿਸੈ ਘਰ ਆਵੈ, ਭਾਵ ਇਹ ਹੈ ਕਿ ਅੱਗੇ ਤੋਂ ਇਹ ਗੁਰਤਾ ਗੱਦੀ ਜਿਹੜੀ ਫਿਰ ਬਾਹਰ ਨਹੀਂ ਗਈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੋਢੀ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਸੋਢੀ ਸੁਲਤਾਨ। ਸੋ ਇਸ ਤਰ੍ਹਾਂ ਇਹ ਘਰ ਦਾ ਇੱਥੇ ਇਹ ਨਹੀਂ ਕਿ ਸਿਰਫ ਘਰ ਦੇ ਜੀ ਹੀ ਹੱਕਦਾਰ ਬਣਨ, ਇਹ ਵੀ ਐਸਾ ਇਹਦਾ ਅਰਥ ਨਹੀਂ ਕਰਨਾ। ਅਰਦਾਸ ਕੀਤੀ ਹੈ ਬੀਬੀ ਭਾਨੀ ਜੀ ਨੇ, ਸਤਿਗੁਰੂ ਕਿਰਪਾ ਕਰਿਓ ਕਸਵੱਟੀਆਂ ਲੱਗਣੀਆਂ ਨੇ ਤੇ ਹਮੇਸ਼ਾ ਘਰ ਦੇ ਜੀ ਜਿਹੜੇ ਨੇ ਇਹਨਾਂ ਕਸਵੱਟੀਆਂ ਵਿੱਚ ਖਰੇ ਉਤਰਦੇ ਰਹਿਣ। ਇੱਥੇ ਇਹ ਦਾਵਾ ਨਹੀਂ ਕਿ ਆਪਾਂ ਨੂੰ ਹੀ ਇਹ ਗੁਰਤਾ ਗੱਦੀ ਪ੍ਰਾਪਤ ਰਵੇ, ਨਹੀਂ, ਇਹ ਤੇ ਸੇਵਕ ਦੀ ਹੈ ਤੇ ਸੇਵਕ ਪਰਿਵਾਰ ਦੇ ਜੀ ਜਿਹੜੇ ਨੇ ਉਹ ਸੇਵਕ ਦਾਸਾ ਭਾਵ ਦੇ ਵਿੱਚ ਇਸ ਘਰ ਦੀ ਸੇਵਾ ਕਰਨ ਤਾਂ ਕਿ ਉਹ ਸੇਵਕ ਰੂਪ ਵਿੱਚ ਰਹਿਣ ਤੇ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਉਹ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪਾਵਨ ਗੁਰਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ। ਫਿਰ ਉਹ ਕਾਲਾਂ ਕਾਲ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਮਹਾਨ ਮਸ਼ੱਕਤਾਂ ਕਾਲਾਂ ਜਿਹੜੀਆਂ ਸਨ ਉਹ ਘਾਲੀਆਂ ਨੇ। ਇਸ ਤੋਂ ਅੱਗੇ ਫਿਰ 48ਵੀਂ ਪੌੜੀ ਵਿੱਚ ਜ਼ਿਕਰ ਕਰਦੇ ਨੇ ਧੰਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜੀਵਨ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਤੇ ਪੰਜ ਪੀਰ, ਪੰਜ ਪੀਰ ਭਾਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਪੰਜ ਪੀਰ। ਫਿਰ ਪੰਜ ਪਿਆਲੇ ਜਿਨ੍ਹਾਂ ਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਜਿਹੜੇ ਸਨ ਪੰਜ ਪਿਆਲੇ ਸਤਿਗੁਰਾਂ ਨੇ ਪੀਤੇ ਹਨ। ਫਿਰ ਬੈਠਾ ਛਠਮ ਪੀਰ ਬੈਠਾ ਗੁਰ ਭਾਰੀ, ਛੇਵੇਂ ਥਾਂ ਤੇ ਫਿਰ ਸਤੋ ਗੁਣ ਦਾ ਅਭਿਆਸ ਕੀਤਾ ਹੈ ਸਤਿਗੁਰਾਂ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ ਇਹ
5 ਪਿਆਲੇ ਪੀਤੇ। ਫਿਰ ਸਤੋ ਗੁਣ ਦਾ ਬਹੁਤ ਜ਼ਿਆਦਾ ਅਭਿਆਸ ਕਰਕੇ ਤੇ ਛਠਮ ਪੀਰ ਬੈਠਾ ਗੁਰ ਭਾਰੀ, ਭਾਰੀ ਸਰੂਪ ਹੋ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਇਸ ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹੋਏ, ਗੱਦੀ ਲਾ ਕਰਕੇ ਬੈਠੇ ਹਨ। ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ। ਅਰਜਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਕਾਇਆ ਪਲਟੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਕਾਇਆ ਪਲਟੀ ਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਰੂਪ ਹੋਏ, ਗੁਰੂ ਅਰਜਨ ਦੇਵ ਮਹਾਰਾਜ ਨੇ ਕਾਇਆ ਪਲਟੀ ਹੈ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਮੂਰਤੀ ਬਣਾਈ। ਮੂਰਤੀ ਹੁਣ ਉਹ ਪੱਥਰ ਦੀ ਮੂਰਤੀ ਨਹੀਂ, ਭਾਵ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਣ ਧਾਰਨ ਕਰ ਲਿਆ ਹੈ। ਫਿਰ ਅੱਗੇ ਜ਼ਿਕਰ ਕਰਦੇ ਨੇ, ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ। ਹੁਣ ਸੋਢੀਆਂ ਦੀ ਪੀੜੀ ਚੱਲੀ ਹੈ, ਕਿਉਂਕਿ ਮਾਤਾ ਬੀਬੀ ਭਾਨੀ ਜੀ ਨੇ ਬੇਨਤੀ ਕੀਤੀ ਸੀ ਕਿ ਘਰ ਹੀ ਕੀ ਵਤ ਘਰੈ ਰਹਾਵੈ, ਤਾਂ ਹੁਣ ਚੱਲੀ ਪੀੜੀ ਸੋਢੀਆਂ। ਹੁਣ ਸੋਢੀਆਂ ਦੀ ਪੀੜੀ ਅੱਗੇ ਤੁਰ ਪਈ ਤੇ ਵਾਰੋ ਵਾਰੀ ਆਪਣੇ ਰੂਪ ਜਿਹੜੇ ਨੇ ਉਹ ਦੱਸਣਗੇ, ਭਾਵ ਗੁਰੂ ਹਰਗੋਬਿੰਦ ਮਹਾਰਾਜ ਜੀ, ਉਸ ਤੋਂ ਬਾਅਦ ਸਤਿਗੁਰੂ ਗੁਰੂ ਹਰ ਰਾਏ ਮਹਾਰਾਜ ਜੀ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਪਾਤਸ਼ਾਹ, ਫਿਰ ਧੰਨ ਸਤਿਗੁਰੂ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਸੋ ਇਸ ਤਰ੍ਹਾਂ ਵਾਰੀ ਵਾਰੀ ਆਪਣਾ ਰੂਪ ਜਿਹੜਾ ਉਹ ਦਿਖਾ ਰਹੇ ਨੇ। ਇੱਕ ਅਰਥ ਦੇ ਅੰਦਰ ਗੁਰੂ ਹਰਗੋਬਿੰਦ ਮਹਾਰਾਜ ਦਿਖਾ ਰਹੇ, ਫਿਰ ਰੂਪ ਦਿਖਾਵਣ ਵਾਰੋ ਵਾਰੀ, ਵਾਰ ਵਾਰ ਅੱਗੇ ਇਹ ਰੂਪ ਜਿਹੜਾ ਇਸੇ ਤਰ੍ਹਾਂ ਦਿਖਾਉਂਦੇ ਰਹਿਣਗੇ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਭਾਰੇ ਉਪਕਾਰੀ। ਵੱਡੇ ਵੱਡੇ ਦਲਾਂ ਨੂੰ ਭੰਨਣ ਵਾਲਾ ਉਹ ਦਲ, ਭਾਵੇਂ ਮਨੁੱਖਾਂ ਦੀ ਫੌਜ ਦੇ ਰੂਪ ਵਿੱਚ ਹੋਣ, ਭਾਵੇਂ ਕਾਮ ਕ੍ਰੋਧ ਲੋਭ ਮੋਹ ਦੇ ਰੂਪ ਵਿੱਚ ਹੋਣ, ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਦਲ ਹੋਵੇ, ਅਜਿੱਤ ਸੂਰਮੇ ਜਿਹੜੇ ਹੁੰਦੇ ਨੇ ਉਹਨਾਂ ਦੇ ਦਲਾਂ ਨੂੰ ਵੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਤੋੜਨ ਵਾਲੇ ਹਨ। ਬੜੇ ਮਹਾਨ ਵੱਡੇ ਯੋਧੇ ਅਤੇ ਯੋਧੇ ਸਤਿਗੁਰੂ ਨਾਲ ਨਾਲ ਭਾਰੇ ਉਪਕਾਰੀ ਵੀ ਹਨ। ਜੇ ਸ਼ਿਕਾਰ ਵੀ ਹਜ਼ੂਰ ਜੀ ਖੇਡਦੇ ਨੇ ਤਾਂ ਸ਼ਿਕਾਰ ਦੇ ਵਿੱਚ ਵੀ ਉਹਨਾਂ ਜੀਵਾਂ ਦਾ ਭਲਾ ਕਰਦੇ ਹਨ। ਇੰਜ ਗੁਰੂ ਹਰਗੋਬਿੰਦ ਮਹਾਰਾਜ ਜੀ ਗੁਰਤਾ ਗੱਦੀ ਤੇ ਟਿਕੇ ਨੇ। ਹੁਣ ਸਿੱਖਾਂ ਨੇ ਇੱਕ ਦਿਨ ਬੇਨਤੀ ਕੀਤੀ, ਉਹ ਬੇਨਤੀ ਕੀਤੀ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ। ਅਰਦਾਸ ਕਰਕੇ ਪੁੱਛਦੇ ਨੇ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਅਸੀਂ 6 ਮਹਿਲਾਂ ਤੱਕ ਦਰਸ਼ਨ ਕੀਤੇ। ਬਜ਼ੁਰਗ ਸਿੱਖ ਪੁੱਛਦੇ ਨੇ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਦਰਸ਼ਨ ਕਰਦੇ ਆ ਰਹੇ, ਜਿਸ ਤਰ੍ਹਾਂ ਬਾਬਾ ਬੁੱਢਾ ਜੀ ਹਨ, ਹੋਰ ਪੁਰਾਤਨ ਗੁਰਸਿੱਖ ਜਿਹੜੇ ਹਨ, ਕਿ ਅਸੀਂ 6 ਮਹਿਲਾਂ ਤੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਅਤੇ ਇਸ ਵਕਤ ਆਪ ਜੀ ਗੁਰੂ ਹਰਗੋਬਿੰਦ ਪਾਤਸ਼ਾਹ, ਅਸੀਂ ਸਤਿਗੁਰੂ ਜੀ 6 ਮਹਿਲਾਂ ਤੱਕ ਦਰਸ਼ਨ ਜਿਹੜੇ ਨੇ ਉਹ ਇਸ ਸਰੀਰ ਵਿੱਚ ਰਹਿ ਕੇ ਕਰ ਲਏ ਹਨ। ਹੁਣ ਅੱਗੇ ਆਪ ਜੀ ਨੇ ਇਹ ਪਾਵਨ ਜੋਤ ਅੱਗੇ ਕਿੰਨੇ ਸਰੀਰਾਂ ਤੱਕ ਇਹ ਜਿਹੜੀ ਪੀੜ੍ਹੀ ਹੈ ਇਸ ਤਰ੍ਹਾਂ ਚੱਲੇਗੀ, ਭਾਵ ਇਹ ਜੋਤ ਕਿੰਨੇ ਸਰੀਰਾਂ ਦੇ ਵਿੱਚ ਹੋਰ ਅੱਗੇ ਵਰਤੇਗੀ, ਕਿੰਨੇ ਰੂਪ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਜੋਤ ਦੇ ਸਮੇਤ ਧਾਰਨ ਕਰਨੇ। ਅੱਗੇ ਦਾ ਸਿੱਖਾਂ ਨੇ ਸਤਿਗੁਰਾਂ ਤੋਂ ਬਚਨ ਪੁੱਛਿਆ ਤਾਂ ਸਾਹਿਬ ਜੀ ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਉਹ ਅਗੰਮ ਅਗੋਚਰ ਮਨ ਬਾਣੀ ਦੀ ਗਮਤਾ ਤੋਂ ਪਰੇ ਹਜ਼ੂਰ ਗਰੀਬ ਨਵਾਜ ਗੁਰੂ ਹਰਗੋਬਿੰਦ ਮਹਾਰਾਜ ਆਪਣੀ ਪਾਵਨ ਰਸਨਾ ਤੋਂ ਬਚਨ ਕਹਿਣ ਲੱਗੇ, ਕਹਿੰਦੇ ਸੁਣੋ ਸੰਸਾਰੀ, ਇਹ ਸੰਸਾਰੀ ਜੀਵ, ਇਹ ਗੁਰੂ ਕੇ ਸਿੱਖੋ, ਸੁਣਨਾ ਕਰੋ। ਜੇ ਤੁਸੀਂ ਪੁੱਛਿਆ ਹੈ ਅੱਗੇ ਕਿੰਨੇ ਸਰੀਰ ਹੋਰ ਅਵਤਾਰ ਧਾਰਨ ਕਰਨਗੇ, ਤਾਂ ਸਭ ਕਹਿੰਦੇ ਕਲਯੁਗ ਪੀੜੀ ਸੋਢੀਆਂ, ਨਿਹਚਲ ਨੀਮ ਉਸਾਰ ਖਲਾਰੀ। ਇਸ ਕਲਯੁਗ ਦੇ ਅੰਦਰ ਸੋਢੀਆਂ ਦੀ ਜਿਹੜੀ ਪੀੜੀ ਹੈ ਇਹ ਨਿਹਚਲ ਨੀਮ ਉਸਾਰ ਖਲਾਰੀ, ਇਹ ਕਰਤੇ ਉਸ ਅਕਾਲ ਪੁਰਖ ਪਰਮੇਸ਼ਰ ਨੇ ਇਹ ਨੀਮ ਜਿਹੜੀ ਅਟਲ ਉਸਾਰ ਕੇ ਖੜੀ ਕੀਤੀ ਹੈ। ਭਾਵ ਹੁਣ ਇਹ ਸੋਢੀਆਂ ਦੀ ਪੀੜੀ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਟਿਕੇਗੀ। ਸੋ ਦੂਸਰਾ ਗੁਰਤਾ ਗੱਦੀ ਵੱਲ ਇਸ਼ਾਰਾ ਕਰਕੇ ਕਹਿੰਦੇ ਜਿੰਨਾ ਚਿਰ ਹੁਣ ਗੁਰਤਾ ਗੱਦੀ ਜਿਹੜੀ ਇਹਨਾਂ 5 ਭੂਤਿਕ ਸਰੀਰਾਂ ਵਿੱਚ ਜੋਤ ਵਰਤਣੀ ਹੈ ਤਾਂ ਸੋਢੀਆਂ ਦੀ ਪੀੜੀ ਦੇ ਅੰਦਰ ਹੀ ਇਹ ਵਰਤਣੀ ਹੈ। ਮਹਾਰਾਜ ਕਿੰਨੇ ਸਰੀਰ ਹੋਣਗੇ, ਤਾਂ ਸਾਹਿਬ ਜੀ ਨੇ ਜੋ ਉੱਥੇ ਜਵਾਬ ਦਿੱਤਾ, ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ ਹੈ 2 ਤੇ ਜੁਗ ਜੁਗ 2 ਵਾਰ, ਇੱਕ ਯੁੱਗ ਦਾ ਅਰਥ 2, ਫਿਰ ਦੂਸਰੇ ਯੁੱਗ ਦਾ ਅਰਥ 2, ਤਾਂ ਇਸ ਤਰ੍ਹਾਂ 2 ਤੇ 2 4 ਹੋ ਜਾਂਦੇ ਨੇ। ਫਿਰ ਜੁਗ ਜੁਗ, ਜੁਗਾਂ ਜੁਗਾਂ ਤੋਂ
ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਜਿਹੜੀ ਹੈ ਉਹ ਇਸ ਸੰਸਾਰ ਨੂੰ ਉਪਦੇਸ਼ ਬਖਸ਼ ਰਹੀ ਹੈ, ਉਹ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰੂਪ ਅੰਦਰ ਨਿਰਗੁਣ ਅਕਾਲ ਪੁਰਖ ਪਰਮੇਸ਼ਰ ਸਰਗੁਣ ਸਰੂਪ ਹੋਇਆ। ਤਾਂ ਅੱਗੇ ਜੁਗ ਜੁਗ ਭਾਵ ਕਿ 4 ਸਤਿਗੁਰੂ ਜੀ ਜਿਹੜੇ ਨੇ ਇਹ 5 ਭੌਤਿਕ ਸਰੀਰ ਇਹ ਕਾਇਆ ਜਿਹੜੀ ਧਾਰਨ ਕਰਨਗੇ। 6ਵੇਂ ਥਾਂ ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਹਨ। ਅੱਗੇ 4 ਸਰੀਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ 5 ਭੌਤਿਕ ਸਰੀਰਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਕਲਗੀਧਰ ਪਾਤਸ਼ਾਹ ਜੀ ਤੱਕ ਗੁਰੂ ਹਰਗੋਬਿੰਦ ਮਹਾਰਾਜ ਜੀ ਇਸ਼ਾਰਾ ਕਰਦੇ ਹਨ। ਸੋ ਭਵਿੱਖਤ ਵਾਕ ਇਹੀ ਹੈ ਇਸ ਪਾਵਨ ਵਾਰ ਦੀ ਪੌੜੀ ਅੰਦਰ, ਇਹ ਸੰਸਾਰੀਓ ਅੱਗੇ 4 ਅਵਤਾਰ ਜਿਹੜੇ ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਤਾਰ ਧਾਰਨਗੇ, ਪਰੰਤੂ ਸੋਢੀਆਂ ਦੀ ਨੀਂਵ ਜਿਹੜੀ ਹੈ ਉਹ ਅਟਲ ਰਹੇਗੀ। ਅੰਮ੍ਰਿਤ ਛਕਾ ਕੇ ਪੰਥ ਸੋਢੀ ਬੰਸ ਹੋ ਕੇ ਗੁਰਤਾ ਗੱਦੀ ਪ੍ਰਾਪਤ ਕਰ ਲਏਗਾ। ਸੋ ਇਸ ਤਰ੍ਹਾਂ ਗਰੀਬ ਨਵਾਜ ਸਤਿਗੁਰਾਂ ਨੇ ਜੇ ਕੋਈ ਪ੍ਰਸ਼ਨ ਕਰੇ, ਕਿਉਂਕਿ ਸੰਸਾਰ ਦੇ ਉੱਤੇ ਅੱਜ ਪ੍ਰਸ਼ਨ ਉੱਤਰ ਬਹੁਤ ਨੇ, ਜੇ ਕੋਈ ਪ੍ਰਸ਼ਨ ਕਰੇ ਤਾਂ ਉਹਦਾ ਉੱਤਰ ਜਿਹੜਾ ਹੈ ਅਗਮ ਅਗੋਚਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਅੰਤਰਜਾਮੀ ਨੇ, ਕੋਈ ਇਹਦੇ 'ਚ ਸ਼ੱਕ ਸ਼ੰਕੇ ਵਾਲੀ ਗੱਲ ਨਹੀਂ। ਤੇ ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸੋ ਇਸ ਤਰ੍ਹਾਂ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੀ ਰਸਨਾ ਤੋਂ ਨਿਕਲੇ ਵਚਨ ਅਟਲ ਨੇ। ਸੋ ਇਸ ਤਰ੍ਹਾਂ ਗਰੀਬ ਨਵਾਜ ਸਤਿਗੁਰੂ ਸ਼ਸਤਰ ਪਰਉਪਕਾਰ ਵਾਸਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਤੇ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ, ਕੇਵਲ ਲੋਕਾਈ ਦੁਨੀਆ ਦੇ ਭਲੇ ਵਾਸਤੇ ਸਾਹਿਬ ਨੇ ਇਹ ਸ਼ਸਤਰ ਜਿਹੜੇ ਧਾਰਨ ਕੀਤੇ। ਹੁਣ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਅੱਗੇ ਫਿਰ ਵਾਹਿਗੁਰੂ ਮੰਤਰ ਦਾ ਜ਼ਿਕਰ ਕਰਦੇ ਨੇ, ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹਨ ਹਾਲੇ। ਸੋ ਉਸ ਤੋਂ ਅੱਗੇ ਗੁਰੂ ਹਰ ਰਾਏ ਮਹਾਰਾਜ ਜੀ ਦੀ ਜੋ ਪਾਵਨ ਜੀਵਨ ਗਾਥਾ ਇਹਨਾਂ ਵਾਰਾਂ ਵਿੱਚ ਭਾਈ ਸਾਹਿਬ ਨੇ ਦਰਜ ਨਹੀਂ ਕਰਨੀ, ਕਿਉਂਕਿ ਜਿਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੀ ਉਸਤਤ ਹੈ ਉਸ ਵਕਤ ਗੁਰੂ ਹਰਗੋਬਿੰਦ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਨੇ। ਫਿਰ ਅੱਗੇ ਵਾਹਿਗੁਰੂ ਮੰਤਰ ਜਿਹਨੂੰ ਪੜ੍ਹਦੇ ਹਾਂ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਖੋਈ, ਤਾਂ ਭਾਈ ਗੁਰਦਾਸ ਜੀ ਨੇ ਫਿਰ ਵਾਹਿਗੁਰੂ ਮੰਤਰ ਦੀ ਉਪਮਾ ਕੀਤੀ ਹੈ। ਇਸ ਪਾਵਨ ਪਹਿਲੀ ਵਾਰ ਦੀ ਅਖੀਰਲੀ ਇਹ ਪਾਵਨ 49ਵੀਂ ਪੌੜੀ ਹੈ। ਸਤਿਜੁਗ ਸਤਿਗੁਰ ਵਾਸੁਦੇਵ ਵੱਵਾ ਵਿਸ਼ਨਾ ਨਾਮ ਜਪਾਵੈ। ਸੋ ਵਾਹਿਗੁਰੂ ਸ਼ਬਦ ਦਾ 4 ਜਿਹੜੇ ਯੁੱਗ ਹਨ ਉਹਨਾਂ ਯੁੱਗਾਂ ਦੇ ਵਿੱਚ ਵੱਖ-ਵੱਖ ਇਸ਼ਾਰਾ ਕਰਕੇ ਇਹਦੇ ਬੇਅੰਤ ਅਰਥ ਹਨ ਵੈਸੇ, ਪਰ ਇੱਥੇ ਜੋ ਮੁੱਖ ਅਰਥ ਕੇਵਲ ਉਹੀ ਜ਼ਿਕਰ ਕਰਾਂਗੇ। ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਸਤਿਯੁਗ ਦੇ ਵਿੱਚ ਸਤਿਯੁਗ ਸਤਿਗੁਰ ਵਾਸੁਦੇਵ, ਸਤਿਗੁਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਵਾਸੁਦੇਵ ਰੂਪ ਜਿਹੜਾ ਸੀ ਉਹ ਧਾਰਨ ਕੀਤਾ। ਹੁਣ ਇਹਦਾ ਇਹ ਵੀ ਅਰਥ ਨਹੀਂ ਲੈ ਲੈਣਾ ਕਿ ਇਹਦਾ ਮਤਲਬ ਜਿਹੜੇ ਅਵਤਾਰ ਸਨ, ਕਿਉਂਕਿ ਉਹ ਦੇਵਤੇ ਜਿਹੜੇ ਸਨ ਨਾ, ਹਾਲਾਂਕਿ ਇਹਦੀ ਬਹੁਤ ਲੰਬੀ ਵਿਚਾਰ ਹੈ। ਅਵਤਾਰ ਰੂਪ ਦੇ ਅੰਦਰ ਕੇਵਲ ਉਹਨਾਂ 2-3 ਸਰੀਰਾਂ ਨੂੰ ਹੀ ਮੰਨਿਆ ਗਿਆ, ਬਾਕੀ ਜਿਹੜੇ ਦੇਵਤੇ ਮੰਨੇ ਜਾਂਦੇ ਉਹ ਅਵਤਾਰ ਰੂਪ ਵਿੱਚ ਨਹੀਂ ਹਨ। ਪਰ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਅੰਗੀ ਅਰਥ ਨਾਲ ਸੁਮੇਲ ਕੀਤਾ ਜਾ ਸਕਦਾ, ਸੰਪੂਰਨ ਅਰਥ ਜਿਹੜਾ ਉਹ ਅਵਤਾਰਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਹੀਂ ਜੋੜਿਆ ਜਾ ਸਕਦਾ। ਪਰ ਹਾਂ, ਜੋ ਸਤਿਯੁਗ ਦੇ ਅੰਦਰ ਵਾਸੁਦੇਵ ਅਵਤਾਰ ਹੋਇਆ ਹੈ ਤਾਂ ਉਸ ਵਾਸੁਦੇਵ ਅਵਤਾਰ ਦੇ ਵਿੱਚੋਂ ਵਾਸੁਦੇਵ, ਉਹਦੇ ਵਿੱਚੋਂ ਵਾਵਾ ਸ਼ਬਦ, ਵਾਵਾ ਅੱਖਰ ਜਿਹੜਾ ਹੈ ਉਹ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਵਿਸ਼ਨੂੰ ਦਾ ਨਾਮ ਲੋਕ ਜਿਹੜੇ ਸਨ ਉਸ ਵਕਤ ਜਪਦੇ ਸਨ, ਤੇ ਵਿਸ਼ਨੂੰ ਦੇ ਵਿੱਚ ਵੀ ਵਾਵਾ ਹੈ ਤੇ ਵਾਸੁਦੇਵ ਵਿੱਚ ਵੀ ਵਾਵਾ ਹੈ। ਦੁਆਪਰ ਸਤਿਗੁਰ ਹਰੀ ਕ੍ਰਿਸ਼ਨ ਹਾ ਹਰ ਹਰ ਨਾਮ ਜਪਾਵੈ। ਤੇ ਦੁਆਪਰ ਦੇ ਵਿੱਚ ਹਰੀ ਕ੍ਰਿਸ਼ਨ ਭਾਵ ਸ਼੍ਰੀ ਕ੍ਰਿਸ਼ਨ ਜੀ ਅਵਤਾਰ ਧਾਰਨ ਕੀਤਾ ਹੈ। ਉਹਦੇ ਵਿੱਚੋਂ ਫਿਰ ਹਰੀ ਕ੍ਰਿਸ਼ਨ ਦੇ ਵਿੱਚੋਂ ਹਾ ਅੱਖਰ ਲਿਆ ਗਿਆ, ਜਿਸ ਹਾਹੇ ਦਾ ਭਾਵ ਸੀ ਹਰੀ ਹਰ, ਹਰੀ ਹਰੀ ਪਰਮੇਸ਼ਰ। ਦੁਨੀਆ ਉਸ ਵਕਤ ਵੀ ਹਰੀ ਕ੍ਰਿਸ਼ਨ ਜਪਦੀ ਸੀ, ਤਾਂ ਹਾਹੇ ਤੋਂ ਹਰ ਹਰ ਨਾਮ ਜਪਾਵੈ, ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਿਹੜਾ ਉਹ ਜਪਿਆ ਜਾਂਦਾ ਹੈ। ਤ੍ਰੇਤੇ ਸਤਿਗੁਰ ਰਾਮ ਜੀ ਰਾ ਰਾਮ ਜਪੇ ਸੁਖ ਪਾਵੈ। ਹੁਣ ਤ੍ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮ ਜੀ ਦਾ ਅਵਤਾਰ ਹੋਇਆ ਤੇ ਰਾਮ ਜੀ ਦੇ ਵਿੱਚੋਂ ਰਾਰਾ ਅੱਖਰ ਜਿਹੜਾ ਉਹ ਲਿਆ ਗਿਆ ਤੇ ਰਾਰੇ ਤੋਂ ਰਾਮ ਜਿਹੜਾ ਸੀ ਉਹ ਲੋਕੀ ਉਚਾਰਨ ਕਰਕੇ ਸੁਖ ਪਾਉਂਦੇ ਸਨ। ਉਸ ਵਕਤ ਦੁਨੀਆ ਰਾਮ ਜਪਦੀ ਸੀ, ਕਿਤੇ ਹਰੀ ਕ੍ਰਿਸ਼ਨ ਜਪਦੀ ਸੀ, ਕਿਸੇ ਯੁੱਗ ਵਿੱਚ ਦੁਨੀਆ ਵਿਸ਼ਨੂੰ ਕਰਕੇ ਜਪਦੀ ਸੀ, ਸੋ ਹਰੇ ਵਿਸ਼ਨੂੰ ਕਰਕੇ ਜਪਦੀ ਸੀ। ਸੋ ਇਸ ਤਰ੍ਹਾਂ 3 ਯੁੱਗਾਂ ਦਾ ਜ਼ਿਕਰ ਕਰਕੇ
ਫਿਰ ਜ਼ਿਕਰ ਕਰਦੇ ਕਲਯੁਗ ਨਾਨਕ ਗੁਰ ਗੋਵਿੰਦ ਗੱਗਾ ਗੋਵਿੰਦ ਨਾਮ ਅਲਾਵੈ। ਸੋ ਕਲਯੁਗ ਦੇ ਅੰਦਰ ਉਹ ਗੋਵਿੰਦ ਸਰੂਪ ਅਕਾਲ ਪੁਰਖ ਪਰਮੇਸ਼ਰ, ਜਿਹਨੂੰ ਅਸੀਂ ਬਾਣੀ 'ਚ ਬੇਅੰਤ ਵਾਰ ਗੋਵਿੰਦ ਸ਼ਬਦ ਦੇ ਨਾਲ ਪੜ੍ਹਦੇ ਹਾਂ ਕਿ ਗੋਵਿੰਦ ਦਾ ਅਰਥ ਗੋਬਿੰਦ, ਗੋ ਦਾ ਅਰਥ ਹੁੰਦਾ ਪ੍ਰਿਥਵੀ ਧਰਤੀ, ਜੋ ਸਾਰੀ ਧਰਤੀ ਨੂੰ ਵਿੰਦ ਜਾਂ ਬਿੰਦ ਪਾਲਣ ਵਾਲਾ ਹੈ, ਆਸਰਾ ਦੇਣ ਵਾਲਾ ਹੈ, ਉਹ ਗੋਬਿੰਦ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਏ। ਨਿਰਗੁਣ ਤੇ ਸਰਗੁਣ ਥੀਆ ਨਾਨਕ ਆਪੇ ਆਪ। ਸੋ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਪਾਤਸ਼ਾਹ ਹੋਏ ਤੇ ਉਹ ਅਕਾਲ ਪੁਰਖ ਨੂੰ ਗੋਵਿੰਦ ਸ਼ਬਦ ਵਰਤਿਆ ਇੱਥੇ। ਵੈਸੇ ਉਹਦੇ ਬੇਅੰਤ ਨਾਮ ਹਨ, ਤਾਂ ਗੋਵਿੰਦ ਦੇ ਵਿੱਚੋਂ ਫਿਰ ਗੱਗਾ ਅੱਖਰ ਜਿਹੜਾ ਸੀ ਉਹ ਲਿਆ ਗਿਆ ਤੇ ਗੱਗਾ ਗੋਵਿੰਦ ਨਾਮ ਅਲਾਵੈ। ਗੱਗਾ ਗੋਵਿੰਦ ਗੋਵਿੰਦ ਨਾਮ ਦਾ ਉਚਾਰਨ ਕਰਦਾ ਹੈ, ਉਹਦੇ ਵੱਲ ਇਸ਼ਾਰਾ ਕਰਦਾ ਹੈ। ਚਾਰੇ ਜਾਗੇ ਚੌਹ ਜੁਗੀ ਪੰਚਾਇਣ ਵਿੱਚ ਜਾਏ ਸਮਾਵੈ। ਇਸ ਤਰ੍ਹਾਂ ਚੌਂ ਜੁਗਾਂ ਦੇ ਚਾਰੇ ਭਾਵ ਇਹ ਜਿਹੜੇ ਚਾਰ ਯੁੱਗ ਉੱਪਰ ਦੱਸੇ ਨੇ ਅਤੇ ਚਾਰੇ ਯੁੱਗਾਂ ਦੇ ਜਿਹੜੇ ਚਾਰ ਅਵਤਾਰਾਂ ਦਾ ਜ਼ਿਕਰ ਕੀਤਾ ਹੈ, ਵਿਸ਼ਨੂੰ, ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਮ ਜੀ, ਇਹਨਾਂ ਚਾਰਾਂ ਦਾ ਉੱਪਰ ਜ਼ਿਕਰ ਕਰਕੇ ਫਿਰ ਤਿੰਨਾਂ ਯੁੱਗਾਂ ਦਾ ਉੱਪਰ ਜ਼ਿਕਰ, ਫਿਰ ਚੌਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਕਲੀ ਕਾਲ ਦੇ ਕਲਯੁੱਗ ਦੇ ਭਿਆਨਕ ਸਮੇਂ ਅੰਦਰ ਨੇ। ਤਾਂ ਇਸ ਤਰ੍ਹਾਂ ਜ਼ਿਕਰ ਕਰਕੇ ਕਹਿੰਦੇ ਨੇ ਵਾਹਿਗੁਰੂ ਵਿੱਚ ਜਾ ਕੇ ਸਮਾ ਜਾਂਦੇ ਨੇ। ਇਹਨਾਂ ਚਾਰਾਂ ਅੱਖਰਾਂ ਨੂੰ ਜੋੜ ਕੇ ਵਾਹਿਗੁਰੂ ਸ਼ਬਦ ਬਣਦਾ ਹੈ। ਹਾਲਾਂਕਿ ਇਹਦੇ 'ਚ ਕਈ ਪ੍ਰਕਾਰ ਦੇ ਮਤਭੇਦ ਹਨ ਕਿ ਵਾਵੇ ਨੂੰ ਕੰਨਾ ਹੈ, ਹਾਹੇ ਨੂੰ ਸਿਆਰੀ ਹੈ, ਗੱਗੇ ਨੂੰ ਔਂਕੜ ਹੈ, ਰਾਰੇ ਨੂੰ ਦੁਲੈਂਕੜ ਹੈ। ਪਰ ਜਦੋਂ ਅਸੀਂ ਵਾਸੁਦੇਵ ਦੇ ਵਿੱਚੋਂ ਵਾਵਾ ਲੈਂਦੇ ਉੱਥੇ ਵਾਵੇ ਨੂੰ ਕੰਨਾ ਹੈ, ਪਰ ਅਗਲੇ ਅੱਖਰਾਂ ਦੀਆਂ ਮਾਤਰਾ ਨਹੀਂ ਰਲਦੀਆਂ, ਕੇਵਲ ਅੱਖਰਾਂ ਦੇ ਇਸ਼ਾਰੇ ਮਾਤਰ ਇੱਥੇ ਅਰਥ ਨੇ। ਸੋ ਇਸ ਤਰ੍ਹਾਂ ਇਹਨਾਂ ਦਾ ਜੋੜ ਕਰਕੇ ਅਲੱਗ-ਅਲੱਗ ਵੀ ਜੋੜ ਅੱਗੇ ਪਿੱਛੇ ਵੀ ਕਰਦੇ, ਪਰ ਸਿੱਖ ਸ਼ੰਕੇ ਦੀ ਦੁਨੀਆ ਤੋਂ ਬਾਹਰ ਹੋ ਕੇ ਜਦੋਂ ਇਹਨੂੰ ਭਾਵਨਾ ਦੇ ਨਾਲ ਸਮਝੇਗਾ, ਅਰਥ ਆਪ ਜੀ ਦੀ ਸਮਝ ਆਉਣਗੇ। ਸੋ ਇਸ ਤਰ੍ਹਾਂ ਚਾਰਾਂ ਯੁੱਗਾਂ ਦੇ ਇਸ਼ਾਰੇ ਕਰਕੇ ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਨਾਮ ਜਿਹੜਾ ਸੀ ਉਹ ਸਮੁੱਚੇ ਜਗਤ ਦੀ ਝੋਲੀ ਦੇ ਅੰਦਰ ਪਾਇਆ। ਜੋ ਜਪਦਾ ਹੈ ਤਾਂ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਾ ਜਾਂਦਾ ਹੈ। ਚਾਰੇ ਜਾਗੇ ਚੌਹ ਜੁਗੀ, ਚਾਰਾਂ ਯੁੱਗਾਂ ਦੇ ਚਾਰੇ ਅਵਤਾਰ ਪੰਚਾਇਣ ਵਿੱਚ ਜਾਏ ਸਮਾਵੇ। ਪੰਚਾਇਣ ਪੰਜਵੇਂ ਥਾਂ ਤੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਾ ਜਾਂਦੇ ਹਨ। ਜਾਗੇ ਦਾ ਅਰਥ ਹੈ ਪ੍ਰਗਟ ਹੋ ਜਾਂਦੇ ਨੇ ਇਸ ਵਾਹਿਗੁਰੂ ਸ਼ਬਦ ਦੇ ਅੰਦਰ। ਅੱਗੇ ਜ਼ਿਕਰ ਕਰਦੇ ਨੇ ਚਾਰੇ ਅਛਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੈ। ਫਿਰ ਚਾਰੇ ਅੱਖਰ ਜਿਹੜੇ ਨੇ ਇਹਨਾਂ ਨੂੰ ਇੱਕ ਕਰਕੇ ਪੰਜਵਾਂ ਜਪ ਮੰਤਰ ਜਿਹੜਾ ਸੀ ਸੰਗਤ ਨੂੰ ਧੰਨ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਾਇਆ। ਇਹ ਵਾਹਿਗੁਰੂ ਮੰਤਰ ਸੰਗਤਾਂ ਨੂੰ ਜਪਾਇਆ, ਸਭਨਾਂ ਦੇ ਭਲੇ ਹਿੱਤ ਸਭਨਾਂ ਦੀ ਝੋਲੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਉਣਾ ਕੀਤਾ। ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਭਾਵ ਇਹ ਹੈ, ਇਹ ਈਸ਼ਵਰ ਮੰਤਰ ਨਾਮ ਜਿੱਥੋਂ ਉਪਜਿਆ ਹੈ ਫਿਰ ਉਹਦੇ ਅੰਦਰ ਸਮਾ ਜਾਂਦਾ ਹੈ। ਅਕਾਲ ਪੁਰਖ ਪਰਮੇਸ਼ਰ ਚੋਂ ਉਪਜਿਆ ਹੈ ਤੇ ਜਦੋਂ ਇਹਨੂੰ ਜਪਦੇ ਹਾਂ ਇਹ ਮੰਤਰ ਵੀ ਉਹਦੇ ਅੰਦਰ ਸਮਾ ਜਾਂਦਾ ਹੈ। ਜਿਵੇਂ ਆਪਾਂ ਬੋਲਦੇ ਹਾਂ, ਸਾਡੀ ਆਵਾਜ਼ ਇਸ ਬ੍ਰਹਿਮੰਡ ਦੇ ਵਿੱਚੋਂ ਹੀ ਸਾਡੇ ਸਰੀਰ 'ਚ ਹਵਾ ਦਾ ਰੂਪ ਧਾਰਨ ਕਰਕੇ ਟਕਰਾਓ ਕਰਦੀ, ਸਰੀਰ 'ਚ ਪ੍ਰਗਟ ਹੁੰਦੀ, ਬਾਹਰ ਆ ਕੇ ਬ੍ਰਹਿਮੰਡ ਦੇ ਵਿੱਚ ਹੀ ਸਮਾ ਜਾਂਦੀ ਹੈ। ਲਹਿਰ ਪਾਣੀ 'ਚੋਂ ਨਿਕਲ ਕੇ ਪਾਣੀ 'ਚ ਸਮਾ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਸ਼ਬਦ ਅਕਾਲ ਪੁਰਖ ਪਰਮੇਸ਼ਰ ਦੇ ਵਿੱਚੋਂ ਪ੍ਰਗਟ ਹੋਇਆ, ਉਹਦੇ ਵਿੱਚ ਸਮਾ ਜਾਂਦਾ। ਫਿਰ ਜੋ ਇਹਨੂੰ ਜਪਦਾ ਹੈ ਉਹ ਜਪਦਿਆਂ ਜਪਦਿਆਂ ਉਸ ਅਕਾਲ ਪੁਰਖ ਪਰਮੇਸ਼ਰ ਅੰਦਰ ਸਮਾ ਜਾਂਦਾ ਹੈ। ਸੋ ਭਾਵ ਨਾਮ ਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ। ਨਾਮ ਨੂੰ ਜਪਣ ਵਾਲਾ ਤੇ ਜਿਹੜਾ ਨਾਮੀ ਤੇ ਨਾਮ ਵਾਹਿਗੁਰੂ, ਇਹਨਾਂ ਦੇ ਅੰਦਰ ਕੋਈ ਭੇਦ ਨਹੀਂ। ਜੋ ਜਪਦਾ ਹੈ ਉਹ ਨਾਮੀ ਜਿਹੜਾ ਉਸ ਨਾਮ ਦੇ ਅੰਦਰ ਸਮਾ ਜਾਂਦਾ, ਉਹਨੂੰ ਪਰਮ ਪਦ ਦੀ ਪ੍ਰਾਪਤੀ ਜਿਹੜੀ ਹੈ ਉਹ ਹੁੰਦੀ ਤੇ ਅਕਾਲ ਪੁਰਖ ਪਰਮੇਸ਼ਰ ਅੰਦਰ ਅਭੇਦ ਹੋ ਜਾਂਦਾ ਹੈ। ਸੋ ਇਹ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਇਹੀ ਵਿਚਾਰ ਦਿੱਤਾ ਹੈ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜੋ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ, ਜੋ ਇਹ ਬਖਸ਼ਿਸ਼ ਕੀਤੀ ਹੈ, ਹਰ ਸਿੱਖ ਭਾਵਨਾ ਦੇ ਨਾਲ ਇਹਨੂੰ ਪੜ੍ਹੇ ਜਪੇ ਤੇ ਇਹਦੇ ਨਾਲ ਉਦਾਰ ਹੁੰਦਾ ਹੈ। ਸੋ ਇਸ ਤਰ੍ਹਾਂ ਪਹਿਲੀ ਵਾਰ ਜਿਹੜੀ ਹੈ ਉਹ 49ਵੀਂ ਪੌੜੀ ਦੇ ਸਮੇਤ ਪਹਿਲੀ ਵਾਰ ਜਿਹੜੀ ਉਹ ਸੰਪੂਰਨ ਹੋਈ ਹੈ। ਸੋ ਇਸ ਤਰ੍ਹਾਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕੱਲ੍ਹ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਦੀ ਦੂਸਰੀ ਪਾਵਨ ਵਾਰ ਪ੍ਰਾਰੰਭ ਕਰਾਂਗੇ। ਸੋ ਸਤਿਗੁਰੂ ਆਸੀਸ ਬਖਸ਼ਿਸ਼ ਕਰਨ, ਸਮੱਤ ਦੀ ਦਾਤ ਬਖਸ਼ਿਸ਼ ਕਰਕੇ
ਨਿਵਾਜਨਾ ਕਰਨ ਚਾਰੇ ਅਛਰ ਇੱਕ ਕਰ। ਵਾਹਿਗੁਰੂ ਜਪ ਮੰਤਰ ਜਪਾਵੈ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।